ਪਿਆਰੇ ਵਿਦਿਆਰਥੀਓ, ਅੱਜ ਅਸੀਂ 8ਵੀਂ ਜਮਾਤ ਦਾ ਪਾਠ ਰਗੜ ਯਾਨੀ ਫ੍ਰਿਕਸ਼ਨ ਬਾਰੇ ਪੜ੍ਹਾਂਗੇ। ਆਓ ਰਗੜ ਜਾਂ ਫ੍ਰਿਕਸ਼ਨ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਤੁਸੀਂ ਟ੍ਰੈਫਿਕ ਸਿਗਨਲ ਤੇ ਕਾਰ ਜਾਂ ਟਰੱਕ ਡਰਾਈਵਰ ਨੂੰ ਆਪਣੇ ਵਾਹਨ ਨੂੰ ਹੌਲੀ ਕਰਦੇ ਹੋਇਆ ਵੇਖਿਆ ਹੋਵੇਗਾ। ਜਦੋਂ ਵੀ ਜ਼ਰੂਰਤ ਹੁੰਦੀ ਹੈ, ਅਸੀਂ ਬ੍ਰੇਕ ਲਗਾ ਕੇ ਆਪਣੇ ਸਾਈਕਲ ਨੂੰ ਹੌਲੀ ਕਰ ਲੈਂਦੇ ਹਾਂ। ਕੇਵਲ ਵਾਹਨ ਹੀ ਨਹੀਂ, ਕੋਈ ਵੀ ਵਸਤੂ ਜਿਹੜੀ ਕਿਸੇ ਹੋਰ ਵਸਤੂ ਦੀ ਸਤਹ ਉੱਤੇ ਗਤੀ ਕਰ ਰਹੀ ਹੁੰਦੀ ਹੈ, ਉਸ ਸਥਿਤੀ ਵਿੱਚ ਵੀ ਹੌਲੀ ਹੋ ਜਾਂਦੀ ਹੈ ਅਤੇ ਅੰਤ ਵਿੱਚ ਰੁਕ ਜਾਂਦੀ ਹੈ, ਜਦੋਂ ਤੱਕ ਕਿ ਉਸ ਉੱਤੇ ਕੋਈ ਬਾਹਰੀ ਬਲ ਨਹੀਂ ਲਗਾਇਆ ਹੋਵੇ। ਕੀ ਤੁਸੀਂ ਫਰਸ਼ ਉੱਤੇ ਰਿੜ੍ਹਦੀ ਗੇਂਦ ਨੂੰ ਕੁਝ ਸਮੇਂ ਬਾਅਦ ਰੁਕਦੇ ਵੇਖਿਆ ਹੈ? ਕੇਲੇ ਦੇ ਛਿੱਲੜ ਉੱਤੇ ਪੈਰ ਟਿਕਦੇ ਹੀ ਅਸੀਂ ਕਿਉਂ ਤਿਲਕ ਜਾਂਦੇ ਹਾਂ? ਕਿਸੇ ਮੁਲਾਇਮ ਅਤੇ ਗਿੱਲੇ ਫਰਸ਼ ਉੱਤੇ ਚੱਲਣਾ ਕਿਉਂ ਮੁਸ਼ਕਿਲ ਹੁੰਦਾ ਹੈ? ਇਸ ਅਧਿਆਇ ਵਿੱਚ ਤੁਸੀਂ ਇਸੇ ਤਰ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕਰੋਗੇ। ਆਓ ਹੁਣ ਰਗੜ ਬਲ ਨੂੰ ਜਾਣਨ ਲਈ ਇੱਕ ਕਿਰਿਆ ਦੀ ਸਹਾਇਤਾ ਲਈਏ। ਇਸ ਕਿਰਿਆ ਨੂੰ ਕਰਨ ਲਈ ਸਾਨੂੰ ਮੇਜ਼ ਅਤੇ ਕਿਤਾਬ ਦੀ ਜ਼ਰੂਰਤ ਹੋਵੇਗੀ। ਮੇਜ਼ ਉੱਤੇ ਰੱਖੀ ਕਿਤਾਬ ਨੂੰ ਹੌਲੀ ਜਿਹਾ ਧੱਕੋ। ਅਸੀਂ ਇਹ ਵੇਖਾਂਗੇ ਕਿ ਕੁਝ ਦੂਰੀ ਚੱਲ ਕੇ ਇਹ ਰੁਕ ਜਾਂਦੀ ਹੈ। ਇਸੇ ਕਿਰਿਆ ਨੂੰ ਹੁਣ ਉਲਟ ਦਿਸ਼ਾ ਵਿੱਚ ਦੁਹਰਾਓ। ਕੀ ਇਸ ਵਾਰ ਵੀ ਕਿਤਾਬ ਰੁਕ ਜਾਏਗੀ? ਆਓ ਵੇਖਦੇ ਹਾਂ। ਅਸੀਂ ਵੇਖਿਆ ਕਿ ਇਸ ਵਾਰ ਵੀ ਕਿਤਾਬ ਰੁਕ ਗਈ। ਕਿਤਾਬ ਦੀ ਗਤੀ ਦੇ ਵਿਰੋਧ ਵਿੱਚ ਇੱਕ ਬਲ ਲੱਗ ਰਿਹਾ ਹੈ। ਇਸ ਬਲ ਨੂੰ ਰਗੜ ਬਲ ਕਿਹਾ ਜਾਂਦਾ ਹੈ। ਤੁਸੀਂ ਵੇਖਿਆ ਕਿ ਜੇ ਤੁਸੀਂ ਖੱਬੀ ਦਿਸ਼ਾ ਵਿੱਚ ਬਲ ਲਾਉਂਦੇ ਹੋ ਤਾਂ ਰਗੜ ਸੱਜੀ ਦਿਸ਼ਾ ਵਿੱਚ ਕਾਰਜ ਕਰਦੀ ਹੈ। ਜੇ ਤੁਸੀਂ ਸੱਜੀ ਦਿਸ਼ਾ ਵਿੱਚ ਬਲ ਲਾਉਂਦੇ ਹੋ ਤਾਂ ਰਗੜ ਖੱਬੀ ਦਿਸ਼ਾ ਵਿੱਚ ਕਾਰਜ ਕਰਦੀ ਹੈ। ਦੋਹਾਂ ਸਥਿਤੀਆਂ ਵਿੱਚ ਰਗੜ ਕਿਤਾਬ ਦੀ ਗਤੀ ਦਾ ਵਿਰੋਧ ਕਰਦੀ ਹੈ। ਰਗੜ ਬਲ ਹਮੇਸ਼ਾ ਹੀ ਲਾਏ ਗਏ ਬਲ ਦਾ ਵਿਰੋਧ ਕਰਦਾ ਹੈ। ਉਪਰੋਕਤ ਕਿਰਿਆ ਵਿੱਚ ਰਗੜ ਬਲ ਕਿਤਾਬ ਅਤੇ ਮੇਜ਼ ਦੀਆਂ ਸਤਹਾਂ ਦੇ ਵਿਚਕਾਰ ਕਾਰਜ ਕਰਦਾ ਹੈ। ਕੀ ਸਾਰੀਆਂ ਸਤਹਾਂ ਵਿੱਚ ਸਮਾਨ ਰਗੜ ਬਲ ਲੱਗਦਾ ਹੈ? ਕੀ ਇਹ ਸਤਹ ਦੇ ਮੁਲਾਇਮਪਨ ਉੱਤੇ ਵੀ ਨਿਰਭਰ ਕਰਦਾ ਹੈ? ਆਓ ਪਤਾ ਕਰੀਏ। ਬੱਚਿਓ, ਹੁਣ ਅਸੀਂ ਇੱਕ ਹੋਰ ਕਿਰਿਆ ਕਰੀਏ। ਇਸ ਕਿਰਿਆ ਨੂੰ ਕਰਨ ਲਈ ਸਾਨੂੰ ਇੱਕ ਇੱਟ, ਪੋਲੀਥੀਨ ਦਾ ਟੁਕੜਾ,
ਇੱਕ ਜੂਟ ਦਾ ਟੁਕੜਾ ਅਤੇ ਇੱਕ ਯੰਤਰ ਕਮਾਨੀਦਾਰ ਤੁਲਾ ਯਾਨੀ ਸਪ੍ਰਿੰਗ ਬੈਲੈਂਸ ਦੀ ਲੋੜ ਹੈ। ਕਮਾਨੀਦਾਰ ਤੁਲਾ ਇੱਕ ਅਜਿਹਾ ਯੰਤਰ ਹੈ ਜਿਸ ਦੇ ਨਾਲ ਕਿਸੇ ਵਸਤੂ ਉੱਤੇ ਲੱਗਣ ਵਾਲੇ ਬਲ ਨੂੰ ਮਾਪਿਆ ਜਾ ਸਕਦਾ। ਇਸ ਵਿੱਚ ਇੱਕ ਕੁੰਡਲੀਦਾਰ ਕਮਾਨ ਯਾਨੀ ਕਿ ਸਪ੍ਰਿੰਗ ਹੁੰਦਾ ਹੈ ਜੋ ਕਿ ਬਲ ਲੱਗਣ ਤੇ ਖਿੱਚਿਆ ਜਾਂਦਾ ਹੈ। ਕਮਾਨੀ ਜਾਂ ਸਪ੍ਰਿੰਗ ਦੇ ਇਸ ਖਿਚਾਵ ਦਾ ਮਾਪ ਇਸ ਸਕੇਲ ਉੱਤੇ ਚੱਲਣ ਵਾਲੇ ਸੰਕੇਤਕ ਯਾਨੀ ਪੁਆਇੰਟਰ ਦੁਆਰਾ ਕੀਤਾ ਜਾਂਦਾ ਹੈ। ਸਕੇਲ ਦੀ ਰੀਡਿੰਗ ਦੁਆਰਾ ਬਲ ਦੀ ਮਾਤਰਾ ਪ੍ਰਾਪਤ ਕੀਤੀ ਜਾਂਦੀ ਹੈ। ਆਓ ਕਮਾਨੀਦਾਰ ਤੁਲਾ ਯਾਨੀ ਸਪ੍ਰਿੰਗ ਬੈਲੈਂਸ ਦੀ ਸਹਾਇਤਾ ਨਾਲ ਇਸ ਕਿਰਿਆ ਨੂੰ ਕਰੀਏ। ਕਿਸੇ ਇੱਟ ਦੇ ਚੌਹਾਂ ਪਾਸਿਆਂ ਤੇ ਇੱਕ ਡੋਰੀ ਬੰਨੋ। ਇੱਟ ਨੂੰ ਕਮਾਨੀਦਾਰ ਤੁਲਾ ਨਾਲ ਖਿੱਚੋ। ਤੁਹਾਨੂੰ ਕੁਝ ਬਲ ਲਗਾਉਣਾ ਪਵੇਗਾ। ਜਿਉਂ ਹੀ ਇੱਟ ਗਤੀ ਕਰਨਾ ਸ਼ੁਰੂ ਕਰੇ, ਕਮਾਨੀਦਾਰ ਤੁਲਾ ਦੀ ਰੀਡਿੰਗ ਨੋਟ ਕਰੋ ਅਤੇ ਅੰਤ ਵਿੱਚ ਵੀ ਰੀਡਿੰਗ ਇੱਕ ਵਾਰ ਫਿਰ ਨੋਟ ਕਰੋ। ਇਸ ਤੋਂ ਤੁਹਾਨੂੰ ਉਸ ਰਗੜ ਬਲ ਯਾਨੀ ਫੋਰਸ ਆਫ ਫ੍ਰਿਕਸ਼ਨ ਦਾ ਮਾਪ ਪ੍ਰਾਪਤ ਹੋ ਜਾਵੇਗਾ ਜੋ ਉਸ ਇੱਟ ਅਤੇ ਫਰਸ਼ ਦੀਆਂ ਸਤਹਾਂ ਦੇ ਵਿਚਕਾਰ ਲੱਗਦਾ ਹੈ। ਹੁਣ ਇਸ ਇੱਟ ਉੱਤੇ ਇੱਕ ਪੋਲੀਥੀਨ ਦਾ ਟੁਕੜਾ ਲਪੇਟੋ ਅਤੇ ਕਿਰਿਆ ਨੂੰ ਦੁਹਰਾਓ। ਹੁਣ ਇਸ ਇੱਟ ਉੱਤੇ ਇੱਕ ਜੂਟ ਦਾ ਟੁਕੜਾ ਲਪੇਟ ਕੇ ਇਸ ਕਿਰਿਆ ਨੂੰ ਦੁਹਰਾਓ। ਜੂਟ ਦਾ ਟੁਕੜਾ ਲਪੇਟਣ ਨਾਲ ਇੱਟ ਅਤੇ ਫਰਸ਼ ਵਿਚਕਾਰ ਲੱਗਣ ਵਾਲੇ ਰਗੜ ਬਲ ਦੀ ਮਾਤਰਾ ਵੱਧ ਜਾਏਗੀ ਜੋ ਕਿ ਅਸੀਂ ਕਮਾਨੀਦਾਰ ਤੁਲਾ ਦੀ ਰੀਡਿੰਗ ਤੋਂ ਵੇਖ ਸਕਦੇ ਹਾਂ। ਵਿਦਿਆਰਥੀਓ, ਹੁਣ ਅਸੀਂ ਪਹਿਲਾਂ ਦੋ ਕੀਤੀ ਹੋਈ ਕਿਰਿਆਵਾਂ ਦਾ ਨਿਚੋੜ ਕੱਢਣ ਲਈ ਇੱਕ ਹੋਰ ਕਿਰਿਆ ਕਰਦੇ ਹਾਂ। ਇਸ ਕਿਰਿਆ ਦਾ ਨਾਂ ਹੈ ਰਗੜ ਬਲ ਤਲ ਦੇ ਸੁਭਾਅ ਤੇ ਨਿਰਭਰ ਕਰਦਾ ਹੈ ਅਤੇ ਸਰਕਨਸ਼ੀਲ ਰਗੜ ਨੂੰ ਵੇਲੀ ਰਗੜ ਵਿੱਚ ਬਦਲਣਾ। Friction depends on nature of surface and to change sliding friction to rolling friction. ਇਸ ਕਿਰਿਆ ਲਈ ਸਾਨੂੰ ਕੁਝ ਸਮਾਨ ਦੀ ਲੋੜ ਹੈ, ਜਿਵੇਂ ਲੱਕੜ ਦਾ ਫੱਟਾ, ਇੱਟ, ਕੱਪੜਾ, ਰੇਤ ਜਾਂ ਰੇਗਮਾਲ, ਵੇਲਨਾਕਾਰ ਸ਼ਕਲ ਦੀਆਂ ਕੁਝ ਪੈਨਸਲਾਂ, मोटी किताब, कार्डबोर्ड और वुडन बोर्ड, ब्रिक, क्लोथ, sand or sandpaper, some pencils of cylindrical shape, thin book. ਕਿਸੇ ਮੁਲਾਇਮ ਫਰਸ਼ ਜਾਂ ਕਿਸੇ ਮੇਜ਼ ਉੱਤੇ ਕੋਈ ਢਾਲਵਾਂ ਤਲ ਬਣਾਓ। ਇਸ ਦੇ ਲਈ ਅਸੀਂ ਇੱਟਾਂ ਦਾ ਸਹਾਰਾ ਲੈ ਸਕਦੇ ਹਾਂ ਤੇ ਕੋਈ ਲੱਕੜੀ ਦਾ ਫੱਟਾ ਵਰਤ ਸਕਦੇ ਹਾਂ। ਇਸ ਢਾਲਵੇਂ ਤਲ ਦੇ ਕਿਸੇ ਇੱਕ ਬਿੰਦੂ ਤੋਂ ਪੈਨਸਿਲ ਸੈੱਲ ਨੂੰ ਹੇਠਾਂ ਵੱਲ ਰਿੜਨ ਦਿਓ। ਇਸ ਕਿਰਿਆ ਨੂੰ ਢਾਲਵੇਂ ਕਾਰਡਬੋਰਡ ਉੱਪਰ ਇੱਕ ਕੱਪੜਾ
ਅਤੇ ਦੂਜੀ ਵਾਰ ਰੇਤਾ ਪਾ ਕੇ ਦੁਹਰਾਓ। ਕਿਸ ਸਥਿਤੀ ਵਿੱਚ ਪੈਨਸਿਲ ਸੈੱਲ ਦੁਆਰਾ ਤੈਅ ਕੀਤੀ ਦੂਰੀ ਸਭ ਤੋਂ ਘੱਟ ਹੋਵੇਗੀ ਅਤੇ ਕਿਸ ਵਿੱਚ ਪੈਨਸਿਲ ਸੈੱਲ ਦੁਆਰਾ ਤੈਅ ਕੀਤੀ ਦੂਰੀ ਸਭ ਤੋਂ ਵੱਧ ਹੋਵੇਗੀ? ਸੈੱਲ ਦੁਆਰਾ ਹਰ ਵਾਰ ਤੈਅ ਕੀਤੀ ਦੂਰੀ ਵਿੱਚ ਅੰਤਰ ਕਿਉਂ ਹੈ? ਇਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਰਗੜ ਸੰਪਰਕ ਵਿੱਚ ਆਉਣ ਵਾਲੀਆਂ ਦੋ ਸਤਹਾਂ ਦੀਆਂ ਅਨਿਯਮਤਾਵਾਂ ਦੇ ਕਾਰਨ ਹੁੰਦੀ ਹੈ। ਅਜਿਹੀਆਂ ਸਤਹਾਂ ਜਿਹੜੀਆਂ ਵੇਖਣ ਵਿੱਚ ਬਹੁਤ ਮੁਲਾਇਮ ਲੱਗਦੇ ਹਨ, ਉਹਨਾਂ ਵਿੱਚ ਵੀ ਬਹੁਤ ਸੂਖਮ ਅਨਿਯਮਤਾਵਾਂ ਹੁੰਦੀਆਂ ਹਨ। ਦੋ ਸਤਹਾਂ ਦੀਆਂ ਅਨਿਯਮਤਾਵਾਂ ਇੱਕ ਦੂਜੇ ਵਿੱਚ ਖੁੱਭ ਜਾਂਦੀਆਂ ਹਨ। ਖੁਰਦਰੇ ਸਤਹ ਤੇ ਇਹ ਅਨਿਯਮਤਾ ਵਧੇਰੇ ਸੰਖਿਆ ਵਿੱਚ ਹੁੰਦੀਆਂ ਹਨ। ਇਸੇ ਕਾਰਨ ਪੈਨਸਿਲ ਸੈੱਲ ਦੀ ਗਤੀ ਰੇਤਾ ਉੱਪਰ ਸਭ ਤੋਂ ਘੱਟ ਹੋਵੇਗੀ। ਹੁਣ ਅਸੀਂ ਅੱਜ ਦੀ ਕਿਰਿਆਵਾਂ ਉੱਪਰ ਆਧਾਰਿਤ ਕੁਝ ਪ੍ਰਸ਼ਨਾਂ ਦੇ ਉੱਤਰ ਕਰਾਂਗੇ। ਪ੍ਰਸ਼ਨ 1। ਰਗੜ ਬਲ ਕੀ ਹੈ? ਉੱਤਰ। ਦੋ ਸੰਪਰਕ ਕਰ ਰਹੀਆਂ ਸਤਹਾਂ ਦੇ ਵਿਚਕਾਰ ਲੱਗਣ ਵਾਲੇ ਬਲ ਨੂੰ ਰਗੜ ਬਲ ਕਿਹਾ ਜਾਂਦਾ ਹੈ। What is friction? Answer. The force acting between the surfaces of two objects is called as friction. चलना, दौड़ना या एक गेंद ਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਰੋਲ ਹੋਣਾ ਫ੍ਰਿਕਸ਼ਨ ਦੀ ਉਦਾਹਰਣ ਹੈ। ਪ੍ਰਸ਼ਨ 2। ਰਗੜ ਬਲ ਕਿਸ ਦਿਸ਼ਾ ਵਿੱਚ ਲੱਗਦਾ ਹੈ? ਉੱਤਰ। ਰਗੜ ਬਲ ਵਸਤੂ ਤੇ ਲੱਗ ਰਹੇ ਬਲ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਲੱਗਦਾ ਹੈ। Question 2. What is direction of friction? Answer. The direction of force of friction always act opposite to the applied force on the object. ਜਿਵੇਂ ਕਿ ਤੁਸੀਂ ਚਿੱਤਰ ਵਿੱਚ ਵੇਖ ਸਕਦੇ ਹੋ, ਜਿਸ ਦਿਸ਼ਾ ਵਿੱਚ ਬਲ ਲਗਾਇਆ ਜਾ ਰਿਹਾ ਹੈ, ਰਗੜ ਬਲ ਉਸ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਲੱਗਦਾ ਹੈ। ਪ੍ਰਸ਼ਨ 3। ਕੀ ਰਗੜ ਬਲ ਸੰਪਰਕ ਬਲ ਹੈ ਜਾਂ ਅਸੰਪਰਕ ਬਲ ਅਤੇ ਕਿਉਂ? ਉੱਤਰ। ਰਗੜ ਬਲ ਸੰਪਰਕ ਬਲ ਹੈ ਕਿਉਂਕਿ ਇਹ ਬਲ ਉਦੋਂ ਲੱਗਦਾ ਹੈ ਜਦੋਂ ਸਤਹਾਂ ਇੱਕ ਦੂਜੇ ਨਾਲ ਜੁੜੀਆਂ ਹੋਣ। Question number 3. Is friction a contact force or a non-contact force? Answer. Friction is a contact force because this acts at the time of contact between the surfaces of the object. ਤੁਸੀਂ ਚਿੱਤਰ ਵਿੱਚ ਵੇਖ ਸਕਦੇ ਹੋ, ਮੇਜ਼ ਅਤੇ ਫਰਸ਼ ਦੀ ਸਤਹਾਂ ਇੱਕ ਦੂਜਿਆਂ ਨਾਲ ਜੁੜੀਆਂ ਹੋਣ ਕਾਰਨ ਦੋਨਾਂ ਵਿੱਚ ਰਗੜ ਬਲ ਪੈਦਾ ਹੋ ਰਿਹਾ ਹੈ। ਪ੍ਰਸ਼ਨ 4। ਰਗੜ ਬਲ ਦੀਆਂ ਦੋ ਕਿਸਮਾਂ ਦੱਸੋ। ਉੱਤਰ। ਪਹਿਲੀ ਵੇਲੀ ਰਗੜ ਅਤੇ ਦੂਸਰੀ ਸਰਕਨਸ਼ੀਲ ਰਗੜ।
Question 4. Write 2 types of friction. Answer. First is rolling friction. Second is sliding friction. चित्र विच रोलिंग ऑफ बॉल दिखाई गई है ਅਤੇ स्लाइडिंग ऑफ ब्लॉक दिखाया गया है। प्रश्न 5। ਅਸੀਂ ਸਰਕਨਸ਼ੀਲ ਰਗੜ ਨੂੰ ਵੇਲੀ ਰਗੜ ਵਿੱਚ ਕਿਸ ਤਰ੍ਹਾਂ ਬਦਲ ਸਕਦੇ ਹਾਂ? ਉੱਤਰ। ਬਾਲ ਬੇਅਰਿੰਗ ਦੀ ਵਰਤੋਂ ਕਰਕੇ, ਯਾਨੀ ਬਾਲ ਬੇਅਰਿੰਗ ਦੀ ਮਦਦ ਨਾਲ। Question 5. How can we change sliding friction to rolling friction? Answer. By using ball bearings. 6. ਤੁਸੀਂ ਅਟੈਚੀ ਅਤੇ ਭਾਰੇ ਸਮਾਨ ਨੂੰ ਰੋਲਰ ਲੱਗੇ ਵੇਖੇ ਹੋਣਗੇ। ਅਜਿਹਾ ਕਿਉਂ ਹੁੰਦਾ ਹੈ? ਉੱਤਰ। ਰੋਲਰ ਰਗੜ ਨੂੰ ਘਟਾ ਦਿੰਦੇ ਹਨ ਤੇ ਸਮਾਨ ਖਿੱਚਣਾ ਸੌਖਾ ਹੋ ਜਾਂਦਾ ਹੈ। Question number 6. You see heavy luggage fitted with rollers. Why does it happen? Answer. Rollers or wheels reduce friction and it become convenient to pull luggage. प्रश्न 7। ਉਪਰੋਕਤ ਕਿਰਿਆਵਾਂ ਨੂੰ ਰੋਜ਼ ਦੀ ਜ਼ਿੰਦਗੀ ਵਿੱਚ 2 ਉਦਾਹਰਨਾਂ ਦੇ ਕੇ ਸਮਝਾਓ। ਉੱਤਰ। ਪਹਿਲੀ, ਸਾਈਕਲਾਂ ਅਤੇ ਪੱਖਿਆਂ ਵਿੱਚ ਬਾਲ ਬੇਅਰਿੰਗ ਦੀ ਵਰਤੋਂ ਰਗੜ ਘਟਾ ਦਿੰਦੀ ਹੈ। ਦੂਜੀ, ਅਟੈਚੀ ਤੇ ਰੋਲਰ ਲਗਾਏ ਹੁੰਦੇ ਹਨ ਜੋ ਰਗੜ ਘਟਾ ਦਿੰਦੇ ਹਨ। Question 7. Clarify the above activities with the help of 2 examples from daily life. Answer. First, use of ball bearings in bicycle and ceiling fan reduce friction. Second, rollers fitted with luggage reduce friction. प्रश्न 8। कैरम बोर्ड ते पाउडर छिड़कन नाल रगड़ ते की प्रभाव होवेगा अते क्यों? उत्तर। रगड़ घट जाएगी क्योंकि ਪਾਊਡਰ ਕੈਰਮ ਬੋਰਡ ਅਤੇ ਗੀਟੀ ਦੇ ਵਿਚਕਾਰ ਇੱਕ ਪਤਲੀ ਪਰਤ ਬਣਾ ਲੈਂਦਾ ਹੈ। Question 8. What is effect of sprinkling fine powder on the carom board and why? Answer. Friction will get reduced because powder forms a thin layer between the carom board and the striker. प्रश्न 9। रगड़ मित्र ਅਤੇ ਦੁਸ਼ਮਣ ਦੋਵੇਂ ਹੈ ਕਿਵੇਂ? ਉੱਤਰ। ਮਿੱਤਰ ਚੱਲਣ ਲਈ, ਵਾਹਨਾਂ ਦੇ ਬ੍ਰੇਕ ਲਗਾਉਣ ਲਈ, ਕਾਪੀ ਤੇ ਲਿਖਣ ਲਈ ਅਤੇ ਮਸ਼ੀਨਾਂ ਬਣਾਉਣ ਲਈ ਜ਼ਰੂਰੀ ਹੈ। ਦੁਸ਼ਮਣ ਟੁੱਟ-ਫੁੱਟ ਲਈ,
ਊਰਜਾ ਦੀ ਹਾਨੀ ਲਈ ਅਤੇ ਕੰਮ ਕਰਨ ਦੀ ਸਮਰੱਥਾ ਦਾ ਘਟ ਜਾਣਾ ਰਗੜ ਬਲ ਦੇ ਦੁਸ਼ਮਣ ਹੋਣ ਕਾਰਨ ਹੈ। Question 9. How is friction a necessary evil? Answer: friend. In walking, applying brakes of vehicles, to write on notebook and to construct machines, and enemy wearing and tearing of machines, loss of energy, and to lower the efficiency of doing work. प्रश्न 10. ਸਾਬਣ ਦਾ ਪਾਣੀ ਸੰਗਮਰਮਰ ਦੇ ਫਰਸ਼ ਤੇ ਡਿੱਗ ਜਾਂਦਾ ਹੈ ਤਾਂ ਤੁਰਨਾ ਆਸਾਨ ਹੋਵੇਗਾ ਜਾਂ ਮੁਸ਼ਕਿਲ? ਵਿਆਖਿਆ ਕਰੋ। ਉੱਤਰ: ਤੁਰਨਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਸਾਬਣ ਦਾ ਪਾਣੀ ਡਿੱਗਣ ਨਾਲ ਸਾਡੇ ਪੈਰਾਂ ਅਤੇ ਫਰਸ਼ ਦੇ ਵਿਚਕਾਰ ਇੱਕ ਪਰਤ ਬਣ ਜਾਂਦੀ ਹੈ ਤੇ ਰਗੜ ਨਾ ਹੋਣ ਕਾਰਨ ਤੁਰਨਾ ਮੁਸ਼ਕਿਲ ਹੋ ਜਾਂਦਾ ਹੈ। Question 10. Soapy water is filled on the marble floor. Would it make easier or difficult to walk on the floor, and why? Answer: it would be difficult to walk because soapy water forms a thin layer between the surfaces of our feet and floor, and hence reduces friction. ਵਿਦਿਆਰਥੀਓ, ਅੱਜ ਅਸੀਂ ਜੋ ਵੀ ਕੀਤਾ ਹੈ ਹੁਣ ਉਸ ਦੀ ਦੁਹਰਾਈ ਕਰਦੇ ਹਾਂ। ਰਗੜ ਸੰਪਰਕ ਵਿੱਚ ਰੱਖੇ ਦੋ ਤਲਾਂ ਦੇ ਵਿੱਚ ਸਾਪੇਖ ਗਤੀ ਦਾ ਵਿਰੋਧ ਕਰਦੀ ਹੈ। ਇਹ ਦੋਵੇਂ ਤਲਾਂ ਤੇ ਕਾਰਜ ਕਰਦੀ ਹੈ। ਰਗੜ ਸੰਪਰਕ ਵਿੱਚ ਦੋ ਤਲਾਂ ਦੇ ਸੁਭਾਅ ਉੱਤੇ ਨਿਰਭਰ ਕਰਦੀ ਹੈ। ਦਿੱਤੇ ਗਏ ਤਲਾਂ ਦੇ ਜੋੜੇ ਦੇ ਲੱਗੀ ਰਗੜ ਇਹਨਾਂ ਤਲਾਂ ਦੇ ਮੁਲਾਇਮਪਨ ਦੀ ਅਵਸਥਾ ਉੱਤੇ ਨਿਰਭਰ ਕਰਦੀ ਹੈ। ਰਗੜ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਦੋ ਸਤਹ ਇੱਕ ਦੂਜੇ ਨੂੰ ਕਿੰਨੇ ਬਲ ਨਾਲ ਦਬਾਉਂਦੇ ਹਨ। ਸਥਿਤਿਕ ਰਗੜ ਉੱਤੇ ਕਾਰਜ ਕਰਨਾ ਸ਼ੁਰੂ ਕਰਦੀ ਹੈ ਜਦੋਂ ਅਸੀਂ ਵਸਤੂ ਨੂੰ ਉਸ ਦੀ ਵਿਰਾਮ ਦੀ ਸਥਿਤੀ ਤੋਂ ਗਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਸਰਕਨਸ਼ੀਲ ਰਗੜ ਉਦੋਂ ਕਾਰਜ ਕਰਨਾ ਸ਼ੁਰੂ ਕਰਦੀ ਹੈ ਜਦੋਂ ਕੋਈ ਵਸਤੂ ਕਿਸੇ ਹੋਰ ਵਸਤੂ ਉੱਤੇ ਸਰਕਨੀ ਗਤੀ ਕਰਦੀ ਹੈ। ਸਰਕਨਸ਼ੀਲ ਰਗੜ ਸਥਿਤਿਕ ਰਗੜ ਨਾਲੋਂ ਘੱਟ ਹੁੰਦੀ ਹੈ। ਰਗੜ ਸਾਡੀਆਂ ਬਹੁਤ ਸਾਰੀਆਂ ਕਿਰਿਆਵਾਂ ਲਈ ਮਹੱਤਵਪੂਰਨ ਹੁੰਦੀ ਹੈ। ਕਿਸੇ ਸਤਹ ਨੂੰ ਖੁਰਦਰਾ ਬਣਾ ਕੇ ਰਗੜ ਵਧਾਈ ਜਾ ਸਕਦੀ ਹੈ। ਜੁੱਤੀ ਦੀ ਤਲੀ ਅਤੇ ਵਾਹਨਾਂ ਦੇ ਟਾਇਰ ਰਗੜ ਵਧਾਉਣ ਲਈ ਝਰੀਦਾਰ ਬਣਾਏ ਜਾਂਦੇ ਹਨ। ਕਦੇ-ਕਦੇ ਰਗੜ ਅਣਚਾਹੀ ਹੁੰਦੀ ਹੈ। ਸਨੇਹਕ ਲਗਾ ਕੇ ਰਗੜ ਨੂੰ ਘੱਟ ਕੀਤਾ ਜਾ ਸਕਦਾ ਹੈ। ਜਦੋਂ ਕੋਈ ਵਸਤੂ ਕਿਸੇ ਦੂਜੇ ਵਸਤੂ ਉੱਤੇ ਵੇਲਣ ਕਰਦੀ ਹੈ ਤਾਂ ਵੇਲਣੀ ਰਗੜ ਕਾਰਜ ਕਰਨਾ ਸ਼ੁਰੂ ਕਰਦੀ ਹੈ। ਵੇਲਣੀ ਰਗੜ ਸਰਕਨ ਰਗੜ ਦੀ ਤੁਲਨਾ ਵਿੱਚ ਘੱਟ ਹੁੰਦੀ ਹੈ। ਕਈ ਮਸ਼ੀਨਾਂ ਵਿੱਚ ਬਾਲ ਬੇਅਰਿੰਗ ਲਗਾ ਕੇ ਰਗੜ ਨੂੰ ਘੱਟ ਕੀਤਾ ਜਾਂਦਾ ਹੈ। Revision. Friction opposes the relative motion between two surfaces in contact.
It acts on both the surfaces. Friction depends on the nature of surfaces in contact. For a given pair of surfaces, friction depends on the state of smoothness of those surfaces. Friction depends on how hard the two surfaces press together. Static friction comes into play when we try to move an object at rest. Sliding friction comes into play when an object is sliding over another. Sliding friction is smaller than static friction. Friction is important for many of our activities. Friction can be increased by making the surface rough. The sole of shoes and the tires of the vehicles are treated to increase friction. Friction is sometimes undesirable. Friction can be reduced by using lubricants. In many machines, friction is reduced by using ball bearing. When one body rolls over another body, rolling friction comes into play. Rolling friction is smaller than sliding friction. Thank you.